ਹੁਣ ਅੱਜ ਕੱਲ੍ਹ ਇਹਨਾਂ ਦੇ ਨਾਲ ਬੜੀ ਜ਼ਿਆਦਾ ਬਚਤ ਹੁੰਦੀ ਹੈ। ਕਿੰਨੀ ਕੁ ਸਰ? ਤਕਰੀਬਨ ਰੋਜ਼ 10-12 ਹਜ਼ਾਰ ਰੁਪਇਆ ਇੱਕ ਦਿਨ ਦੀ ਬਚਤ ਪਈ ਹੁੰਦੀ ਹੈ ਸਾਨੂੰ। ਮਾਸ਼ਾਅੱਲਾ। ਆਹ ਤਿਆਰ ਹੀ ਕਰਨਾ, ਜੇ ਉਹ ਸੇਲ ਕਰ ਜੇ ਫਿਰ ਘਾਟਾ ਪੈਣਾ ਸ਼ੁਰੂ ਹੋ ਜਾਂਦਾ। ਉਹ ਆਪਣੇ ਫਾਰਮ 'ਚ ਉਹਨਾਂ ਨੂੰ ਤਿਆਰ ਕਰਨਾ ਹੁੰਦਾ, ਉਹ ਫਿਰ ਉਹਨਾਂ ਨੂੰ ਰੂਟੀਨ ਨਾਲ ਜਿਵੇਂ ਦੂਸਰੀਆਂ ਨੂੰ ਵੰਡਾ ਪਾਉਣਾ ਉਹਨਾਂ ਨੂੰ ਪਾਈ ਆਉਣਾ। ਬਲ ਤਾਂ ਅਸੀਂ ਲਿਆਉਂਦੇ ਕੋਈ ਨਹੀਂ, ਅਸੀਂ ਚੰਗੀ ਮੱਝ ਲਿਆਉਂਦੇ ਹਾਂ ਜੇ ਦੁੱਧ ਜ਼ਿਆਦਾ ਦੇ ਇਹ ਮੱਠੀ ਖਰੀਦ ਕੇ, ਕਿਉਂਕਿ ਹੁਣ ਅਹਰਾ ਜਾਤੀ ਇੰਨੇ ਕੁ ਨੇ ਜੋ ਮੱਠੀ ਲਿਆਈਏ ਮੱਝ ਤੋਂ ਵਾਰਾ ਹੀ ਨਹੀਂ ਖਾਂਦੀ ਹੈ, ਉਹ ਖਰਚਾ ਉਹਦਾ ਜ਼ਿਆਦਾ, ਉਹ ਸਾਰੀਆਂ ਫਿਰ ਬੋਝ ਪੈ ਜਾਂਦਾ ਹੈ। अस्सलाम वालेकुम। वालेकुम सलाम। प्यारे भाई की हाल ने? ठीक ठाक ठीक है अल्लाह का शुक्र। की नाम है प्यारे भाई दा? उस्मान शहजाद। उस्मान भाई माशाल्लाह किन्ने अरसे तो मज्जां दा पालन दा कारोबार कर रहे हो? तकरीबन 12-13 साल। ਸਰ ਤੁਸੀਂ ਜਦੋਂ 10-12 ਸਾਲ ਪਹਿਲੇ ਇਹ ਕੰਮ ਦਾ ਆਗਾਜ਼ ਕੀਤਾ ਸੀ ਉਦੋਂ ਕਿੰਨੇ ਜਾਨਵਰ ਹਨ ਤੇ ਹੁਣ ਇਸ ਟਾਈਮ ਕਿੰਨੇ ਨੇ? ਪਹਿਲਾਂ ਹਾਂ ਉਦੋਂ ਤਕਰੀਬਨ 10 ਹਨ ਸਾਡੇ ਕੋਲ, 10 ਮੱਝਾਂ, ਤੇ ਹੁਣ ਤਕਰੀਬਨ ਸਾਡੇ ਕੋਲ ਇਸ ਨੇ 50-60। ਮਾਸ਼ਾਅੱਲਾ, ਯਾਨੀ ਇਸ ਟਾਈਮ 50 ਮੱਝਾਂ ਨੇ। ਤੇ ਤੁਸੀਂ ਸਾਰਾ ਕੰਮ ਤੋਂ ਕੀ ਸਿੱਖਿਆ 10-12 ਸਾਲ ਦੇ ਅਰਸੇ 'ਚ, ਜਾਂ ਕੀ ਹਾਸਲ ਕੀਤਾ? ਪਹਿਲੇ ਸਾਨੂੰ ਨਹੀਂ ਏਡੀ ਤੋਂ ਹੁਣ ਸਾਨੂੰ ਬੜੀ ਬਚਤ ਹੁੰਦੀ ਹੈ, ਕਿਉਂਕਿ ਸਾਡਾ ਤਜਰਬਾ ਹੋ ਗਿਆ, ਨਾਲੇ ਸਾਡੀ ਜ਼ਮੀਨ ਆਪਣੀ ਸਾਰੀ ਹੈ, ਮਾਮਲਾ ਠੀਕ ਨੇ, ਇਹਦੀ ਵਜ੍ਹਾ ਸਾਨੂੰ ਹੁਣ ਮੁਸ਼ਕਲ ਕੋਈ ਨਹੀਂ, ਹੁਣ ਬਚਤ ਪਈ ਹੁੰਦੀ ਹੈ। ਤੇ ਫਿਰ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਨਵੇਂ ਨੌਜਵਾਨ ਨੇ ਉਹ ਜਾਨਵਰਾਂ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਉਹਨਾਂ ਦੇ ਬਾਰੇ 'ਚ ਕੀ ਇਲਮ ਹੋਏ ਤੇ ਆ ਕੰਮ ਵਿੱਚ ਹੋਣ? ਉਹਦੇ ਲਈ ਪਹਿਲਾਂ ਆਪਣੇ ਕੋਲ ਸਰਕਟ ਠੀਕ ਹੋਣਾ ਚਾਹੀਦਾ, ਆਪਣੀ ਜ਼ਮੀਨ ਹੋਣੀ ਚਾਹੀਦੀ ਹੈ, ਤਾਂ ਇਹ ਕੰਮ ਕਾਰੋਬਾਰ 'ਚ ਬਚਤ ਹੁੰਦੀ ਹੈ। ਇਸ ਤੋਂ ਇਲਾਵਾ ਜੇ ਉਹ ਨਾ ਹੋਏ ਤਾਂ ਫਿਰ ਇਹਦੇ ਬੜਾ ਮਜ਼ਦੂਰੀ ਬੜੀ ਪੈ ਜਾਂਦੀ ਹੈ, ਬਾਹਰੋਂ ਚੀਜ਼ਾਂ ਮੁੱਲ ਲਈਏ ਤਾਂ ਖਰਚੇ ਬੜੇ ਜ਼ਿਆਦਾ ਪੈਂਦੇ ਨੇ, ਇਹ ਵਜ੍ਹਾ ਬਣ ਜਾਂਦੀ ਹੈ। ਤੇ ਆਪਣੀ ਜ਼ਮੀਨ ਸਮੂਨ ਹੋਏ ਫਿਰ ਇੰਨੇ, ਯਾਨੀ ਕਿ ਜ਼ਮੀਨ ਵੀ ਆਪਣੀ ਹੋਏ ਤੇ ਨਾਲੇ ਆ ਬੰਦਾ ਇਹ ਕੰਮ ਨੂੰ ਸਮਝਦਾ ਹੋਏ ਤੇ ਫਿਰ ਕਰਨਾ ਚਾਹੀਦਾ। ਇਸ ਤੋਂ ਇਲਾਵਾ ਫਿਰ ਨਹੀਂ ਤਾਂ ਮੁਸ਼ਕਲ ਹੁੰਦੀ ਹੈ। ਠੀਕ ਹੈ। ਤੇ ਇਸ ਟਾਈਮ ਤੁਹਾਡੇ ਮਾਸ਼ਾਅੱਲਾ ਟੋਟਲ 50 ਜਾਨਵਰ ਨੇ, 50 ਜਾਨਵਰਾਂ ਚੋਂ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਅਸੀਂ ਇਸ ਟਾਈਮ 26 ਕੁ ਮੱਝਾਂ ਚੋਨੇ ਆ। 26 ਮੱਝਾਂ, ਉਹਨਾਂ ਥੱਲੇ ਕਿੰਨਾ ਦੁੱਧ ਦੇ? 5 ਕੁ ਮਣ ਦੁੱਧ ਦਾ ਸਾਡਾ ਇੱਕ ਦਿਨ ਦਾ ਜੀ। ਮਾਸ਼ਾਅੱਲਾ, ਯਾਨੀ ਕਿ ਰੋਜ਼ਾਨਾ ਦਾ ਤਕਰੀਬਨ 200 ਕਿਲੋ ਦੁੱਧ ਜਾ ਰਿਹਾ ਹੈ, ਐਵਰੇਜ ਠੀਕ ਹੈ। ਉਹ ਜਿਹੜੇ 26 ਜਾਨਵਰ ਨੇ ਸਾਰੇ ਫਰੈਸ਼ ਤੇ ਨਹੀਂ ਨਾ, ਕੁਝ ਸੂਣ ਵਾਲੇ ਵੀ? ਕੁਝ ਸੂਣੇ ਵਾਲੇ ਨੇ ਵਿੱਚ। ਠੀਕ ਹੈ। ਅੱਛਾ ਸਰ, ਅਗਰ ਇਹ ਪੁੱਛਿਆ ਜਾਏ ਕਿ 200 ਮਣ ਦੁੱਧ 200 ਕਿਲੋ ਦੁੱਧ ਵਿੱਚ ਤੁਹਾਡੀ ਕਿੰਨੀ ਬਚਤ ਹੈ ਤੇ ਖਰਚਾ ਕਿੰਨਾ ਹੈ? ਹੁਣ ਅਸੀਂ ਸਮਝ ਗਏ ਨਾ, ਹੁਣ ਸਾਨੂੰ ਤਜਰਬਾ ਸਾਰਾ ਹੋ ਗਿਆ। ਪਹਿਲੇ ਅਸੀਂ ਐਸਟੀਮੇਟ ਲਾ ਕੇ ਰੱਖ ਛੱਡਣਾ, ਉਹਦੀ ਵਜ੍ਹਾ ਸਾਨੂੰ ਬਚਤ ਪਈ ਹੁੰਦੀ ਹੈ, ਸਾਨੂੰ ਦਿੱਕਤ ਨਹੀਂ ਏਡੀ ਹੁੰਦੀ ਕੋਈ ਵੀ। ਹਾਂ ਇੰਨਾ ਕੋਈ ਨਾ ਮਟੀਰੀਅਲ ਅੱਗੇ ਸਟਾਕ ਕਰ ਲਿਆ ਹੁੰਦਾ ਵੀ ਸਾਨੂੰ ਕਿਸੇ ਟਾਈਮ ਮੁਸ਼ਕਲ ਨਾ ਹੋਏ, ਇਹ ਵਜ੍ਹਾ ਹੁੰਦੀ ਹੈ। ਤੇ ਕਿੰਨੀ ਬਚਤ ਹੈ ਅੱਜ ਕੱਲ ਤੁਹਾਡੀ? ਤੇ ਹੁਣ ਅੱਜ ਕੱਲ ਇਹਨਾਂ ਦੇ ਨਾਲ ਬੜੀ ਜ਼ਿਆਦਾ ਬਚਤ ਹੁੰਦੀ ਹੈ। ਕਿੰਨੀ ਕੁ ਸਰ? ਤਕਰੀਬਨ ਰੋਜ਼ 10-12 ਹਜ਼ਾਰ ਰੁਪਇਆ ਇੱਕ ਦਿਨ ਦੀ ਬਚਤ ਪਈ ਹੁੰਦੀ ਹੈ ਸਾਨੂੰ। ਮਾਸ਼ਾਅੱਲਾ। ਅੱਛਾ ਸਰ, ਮਾਸ਼ਾਅੱਲਾ ਤੁਸੀਂ 10 ਜਾਨਵਰਾਂ ਤੋਂ 40-50 ਜਾਨਵਰ ਬਣਾਏ, ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਹੈ ਤੇ ਜਿਹੜੇ ਲੋਕੀ ਇਸ ਕਾਰੋਬਾਰ ਦੇ ਵਿੱਚ ਨਾਕਾਮ ਹੁੰਦੇ ਨੇ ਉਹਦਾ ਰਾਜ਼ ਕੀ ਹੈ? ਨਾਕਾਮੀ ਇਹਨੂੰ ਪਹਿਲਾਂ ਮੁਸ਼ਕਲ ਇਹਦੇ ਤੇ ਹੁੰਦੀ, ਉਹਨੂੰ ਸਮਝ ਜਾਈਏ ਤਰੀਕੇ ਨਾਲ, ਫਿਰ ਸਹੀ ਤਰੀਕੇ ਨਾਲ ਇਹਨੂੰ ਚਲਾਈਏ, ਹੈਂਡਲ ਕਰਕੇ ਬਈ ਕੋਈ ਮੁਸ਼ਕਲ ਨਾ ਇਹਦੇ ਚ ਆ ਸਕੇ। ਆਉਂਦੀਆਂ ਵੀ ਨੇ ਥੋੜੀਆਂ ਬਾਤੀਆਂ ਮੱਝਾਂ ਤੇ, ਫਿਰ ਐਡਾ ਬੰਦਾ ਪਰੇਸ਼ਾਨ ਨਾ ਹੋਏ, ਦਿੱਕਤ ਨਾ ਹੋਏ ਤੇ ਕੋਈ ਮਸਲਾ ਨਹੀਂ ਹੁੰਦਾ। ਸਰ ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਹੈ? ਕਾਮਯਾਬ ਅਸੀਂ ਵੀ ਪਹਿਲਾਂ 2-4 ਤੋਂ ਉਸ ਤੋਂ ਬਾਅਦ ਮਿਹਨਤ ਚੰਗੀ ਕੀਤੀ ਹੈ, तो मेहनत की उस वजह तो रब ने रंग पे ला खड़े। मेहनत तुसी की लेंदे हो कि मेहनत किस टाइप दी इंसान करनी चाहिए? जानवरां ते मेहनत करनी चाहिए या किस हिसाब नाल मेहनत? जानवरां ते भी करना चाहिए, अपने बंदियां ते ठीक उन्हां ख्याल ना रखना, चंगे रखे होने चाहिए, इन्हां चंगा चारा पाना चाहिए, अच्छे तो अच्छा चंगा पट्ठा पाना चाहिए, चंगा बीजो जेह्ड़े बंदियां नूं मुश्किल ना होए, पट्ठे थोड़े होण। चंगा पट्ठा तुसीं किन्नू कहंदे हो? अहीं है बरसेन स्टाले नूं जां चरी जवार पानी इन्हां नूं, फिर मकई पानी इन्हां नूं। माशाअल्लाह तुहाडे कोल काफी अच्छे जानवर मौजूद ने, तुहाडे कोल अच्छे जानवरां दी रोजाना दी सुबह तो लैके शाम तक अच्छी रूटीन की है? मसलन की इन्हां नूं खिलाने पिलाने सुबह तो लैके शाम तक? हुण इन्हां दिनां च स्टाला ज्यादा पाना, 2 रेड़े स्टाला होना, इन्ना प्या खाना, फिर कमाद होना ਉਹ ਪੁੱਤਰ ਕਿੰਨਾ ਪਿਆ ਖਾਣਾ ਤੇ ਫਿਰ ਮੰਡਾ ਪੈ ਜਾਣਾ। ਇਹਨਾਂ ਵਾਸਤੇ ਕਮਾਦ ਕਿੰਨਾ ਰੱਖਿਆ ਜੇ, ਸਟਾਲਾ ਕਿੰਨਾ ਰੱਖਿਆ ਜੇ, ਤੂੜੀ ਕਿੰਨੀ ਰੱਖੀ ਜੇ? ਇਹਨਾਂ ਵਾਸਤੇ ਹਾਂ 6 ਕਿਲੇ ਸਟਾਲਾ ਬੀਜਿਆ, 2 ਕਿਲੇ ਸਾਡਾ ਕਮਾਦ ਹੈ ਤੇ ਗਦਾਮ ਤੂੜੀ ਦਾ ਭਰਿਆ। ਮਾਸ਼ਾਅੱਲਾ। ਜਿਹੜਾ ਗਦਾਮ ਤੂੜੀ ਦਾ ਭਰਿਆ ਉਹਦੇ ਅੰਦਰ ਕਿੰਨੇ ਮਣ ਤੂੜੀ ਸਟਾਕ ਕੀਤੀ ਹੈ? ਉਹ ਤਕਰੀਬਨ 500-600 ਮਣ ਹੈ ਤੂੜੀ। 600 ਮਣ ਉਹ ਸਾਲ ਪੂਰਾ ਗੁਜ਼ਰ ਜਾਂਦਾ ਹੈ ਜਾਂ ਕਿ ਮੁੱਲ ਲੈਣੀ ਪੈਂਦੀ ਹੈ? ਇਹ ਗੁਜ਼ਰ ਹੀ ਜਾਂਦਾ ਹੈ। ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਨੂੰ ਵੰਡਾ ਇਸਤੇਮਾਲ ਕਰਾਉਂਦੇ ਹੋ, ਵੰਡੇ ਦਾ ਵੀ ਬੜਾ ਅਹਿਮ ਕਿਰਦਾਰ ਹੁੰਦਾ ਹੈ, ਵੰਡਾ ਕਿਹੜਾ ਇਸਤੇਮਾਲ ਕਰਾ ਰਹੇ ਹੋ? ਆਸਟ੍ਰੇਲੀਅਨ ਪਾਣੇ ਆ ਪੇ ਇਸ ਟਾਈਮ ਇਹਨਾਂ ਰੋਜ਼ਾਨਾ ਦਾ ਕਿੰਨਾ ਇੱਕ ਮੈਂ ਨੂੰ? 2 ਤਰੋੜੇ ਪਾਣੇ ਆ ਰੋਜ਼ਾਨਾ ਸਾਰੀਆਂ ਨੂੰ। ਉਹ ਜਿਹੜੀਆਂ 26 ਦੁੱਧ ਦੇ ਰਹੀਆਂ ਨੇ ਸਿਰਫ ਉਹਨਾਂ ਨੂੰ ਜਾਂ ਸਾਰੀਆਂ ਨੂੰ? ਨਹੀਂ ਉਹਨਾਂ ਨਹੀਂ ਪਾਣਾ। ਹਾਂ ਅੱਛਾ। ਤੇ ਜਿਹੜੀ ਮੱਝ ਇਹ ਬਾਅਦ ਚੋਂ ਦੁੱਧ ਦੇਣ ਤੋਂ ਬਾਅਦ ਗੱਭਣ ਹੁੰਦੀ ਹੈ, ਦੁੱਧ ਨਹੀਂ ਦਿੰਦੀ, ਉਹਨੂੰ ਸੇਲ ਕਰ ਦਿੰਦੇ ਹੋ ਜਾਂ ਕਿ ਆਪਣੇ ਫਾਰਮ ਤੇ ਰੱਖ ਕੇ ਉਹਨੂੰ ਅੱਗੋਂ ਤਿਆਰ ਕਰਦੇ ਹੋ? ਉਹਨੂੰ ਆਹ ਤਿਆਰ ਹੀ ਕਰਨਾ, ਜੇ ਉਹ ਸੇਲ ਕਰ ਜੇ ਫਿਰ ਘਾਟਾ ਪੈਣਾ ਸ਼ੁਰੂ ਹੋ ਜਾਂਦਾ। ਉਹ ਆਪਣੇ ਫਾਰਮ 'ਚ ਉਹਨਾਂ ਨੂੰ ਤਿਆਰ ਕਰਨਾ ਹੁੰਦਾ, ਉਹ ਫਿਰ ਉਹਨਾਂ ਰੂਟੀਨ ਨਾਲ ਜਿਵੇਂ ਦੂਸਰੀਆਂ ਨੂੰ ਵੰਡਾ ਪਾਣਾ ਉਹਨਾਂ ਨੂੰ ਪਾਈ ਆਉਣਾ। ਅੱਛਾ। ਬਈ ਉਹਨਾਂ ਨੂੰ ਇਹ ਛੱਡਣਾ ਨਹੀਂ ਪਾਣਾ। ਹਾਂ ਉਹਨਾਂ ਪਾਸ ਫਿਰ ਉਹ ਤਿਆਰ ਹੁੰਦੀਆਂ ਨੇ ਅੱਗੋਂ, ਫਿਰ ਉਹ
ਅੱਛਾ ਦੁੱਧ ਦਿੰਦੀਆਂ ਨੇ, ਦੁੱਧ ਪਈਆਂ ਦਿੰਦੀਆਂ। ਤੇ 50 ਮੱਝਾਂ ਵਾਸਤੇ ਤੁਸੀਂ ਸੰਡੇ ਕਿੰਨੇ ਰੱਖੇ ਨੇ? ਇੱਕ ਜੀ। ਇੰਜੈਕਸ਼ਨ ਵੀ ਲਾਉਂਦੇ ਹੋ ਜਾਂ ਨਹੀਂ ਉਹ ਸਾਂ ਇਸਤੇਮਾਲ ਕਰਨੇ? ਠੀਕ ਹੈ। ਅੱਛਾ ਸਰ, ਮਾਸ਼ਾਅੱਲਾ ਤੁਸੀਂ ਜਾਨਵਰ ਤੁਹਾਡੇ ਜਿਹੜੇ ਨੇ ਇਹ ਜਾਨਵਰ ਤੁਹਾਡੇ ਸਿਹਤਮੰਦ ਬੜੇ ਨਜ਼ਰ ਆ ਰਹੇ ਨੇ, ਇਹਦੀ ਕੀ ਖਾਸ ਵਜ੍ਹਾ? ਅਸੀਂ ਇਹਨਾਂ ਨੂੰ ਖੁਰਾਕ ਚੰਗੀ ਪਾਣੀ, ਦਵਾਈਆਂ ਮੈਡੀਸਨ ਅੱਛੇ ਤਰੀਕੇ ਨਾਲ ਹਰ ਮਾਹ ਬਾਅਦ ਦਿੰਦੇ ਰਹਿੰਦੇ ਆ, ਉਹਦੀ ਵਜ੍ਹਾ ਤੋਂ ਇਹਨਾਂ ਨੂੰ ਫਿਰ ਕੋਈ ਮਸਲਾ ਨਹੀਂ ਬਣਦਾ। ਤੇ ਇਹਨਾਂ ਦੀ ਡਿਵਰਮਿੰਗ ਕਿੰਨੀ ਦੇਰ ਬਾਅਦ ਕਰਦੇ ਹੋ? 3 ਮਹੀਨੇ ਬਾਅਦ। 3 ਮਹੀਨੇ ਬਾਅਦ ਜੀ, ਸਹੀ ਹੋ ਗਿਆ। ਡਿਵਰਮਿੰਗ ਖੁਦ ਕਰ ਲੈਂਦੇ ਹੋ ਜਾਂ ਡਾਕਟਰ ਨੂੰ ਬੁਲਾਉਂਦੇ ਹੋ? ਡਾਕਟਰ ਸਾਹਿਬ ਹੁੰਦੇ ਨੇ ਤਾਂ ਫਿਰ ਉਹ ਆ ਖਲੋ ਜਾਂਦੇ ਨੇ, ਅਸੀਂ ਅੱਗੋਂ ਆਪੀ ਲੈ ਕਿਉਂਕਿ ਡਰਦੀਆਂ ਨੇ, ਉਹਨਾਂ ਨੂੰ ਫਿਰ ਨੇੜੇ ਲੱਗਣ ਦੇਣੀਆਂ। ਅੱਛਾ, ਫਿਰ ਅਸੀਂ ਆਪੀ ਲਾ ਲੈ। ਤੇ ਸਰ ਉਹ ਜਿਹੜੀ ਤੁਸੀਂ ਡਿਵਰਮਿੰਗ ਕਰਾਉਂਦੇ ਹੋ ਉਹਦਾ ਕੋਈ ਨਾਂ ਦੱਸ ਸਕਦੇ ਹੋ? ਉਹ ਮੇਰੇ ਕੋਲ ਅੰਦਰ ਹੀ ਪਈ ਹੈ ਪਰਚੀ। ਅੱਛਾ, ਤੇ ਨਹੀਂ ਮੈਨੂੰ। ਠੀਕ ਹੈ। ਤੇ ਇਸ ਤੋਂ ਇਲਾਵਾ ਇਹਨਾਂ ਨੂੰ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ? ਹਾਂ, ਮਿਰਚ ਮਸਾਲਾ ਚੌਥੇ ਦਿਨ ਇਹਨਾਂ ਨੂੰ ਦਿੰਦੇ ਹੀ ਰਹਿਣਾ ਹੁੰਦਾ। ਅੱਛਾ, ਖੁਦ ਤਿਆਰ ਕੀਤਾ ਜੇ? ਹੋਦੀਆਂ ਗੰਡੇ ਧਰੀਆਂ ਮਿਰਚਾਂ ਤੇ ਮਸਾਲਾ ਬਾਜ਼ਾਰ ਤੋਂ ਲੈ ਆਈਦਾ, ਉਹ ਇਹਨਾਂ ਨੂੰ ਦਿੰਦੇ ਰਹੀਦਾ। ਅੱਛਾ, ਦਿਨ ਇਹਨਾਂ ਨੂੰ ਤੇਲ ਲਾਜ਼ਮੀ ਦਿੰਦੇ ਰਹੀਦਾ। ਇਹ ਸਰੋਂ ਦਾ ਤੇਲ? ਹਾਂ, ਸਰੋਂ ਦਾ। ਤੇ ਸਰਦੀ ਵਿੱਚ ਕੀ ਦਿੰਦੇ ਹੋ? ਸਰਦੀ 'ਚ ਵੀ ਹਾਂ ਦਿੰਦੇ ਰਹਿਣਾ ਸਰੋਂ ਦਾ ਤੇਲ ਇਹਨਾਂ। ਸਰਦੀ ਵਿੱਚ ਸਰੋਂ ਦਾ ਤੇਲ ਨੁਕਸਾਨਦੇ ਨਹੀਂ? ਨਹੀਂ, ਉਹ ਗਰਮ ਲੱਗੇਦਾ ਇਹਨਾਂ ਨੂੰ, ਦਹੀਂ 'ਚ ਮਿਲਾ ਕੇ ਹਾਂ ਦੇਣਾ, ਉਹਦੇ ਨਾਲ ਘਰ ਗਰਮ ਰਹਿੰਦਾ, ਕੋਈ ਇਹਨਾਂ ਨੂੰ ਠੰਡਾ ਨਹੀਂ ਲੱਗਣਾ। ਤੇ ਇਸ ਤੋਂ ਇਲਾਵਾ ਇਹਨਾਂ ਨੂੰ ਹੋਰ ਕਿਹੜੀ ਬਿਮਾਰੀ ਹੁੰਦੀ ਤੇ ਉਹਨਾਂ ਦਾ ਕੀ ਕੋਈ ਇਲਾਜ ਹੈ? ਇਹਨਾਂ ਨੂੰ ਜ਼ਿਆਦਾ ਮੁੱਕਰ ਆਉਂਦੀ ਹੈ ਤੋਂ ਅਮਰੀਕਾ ਤੋਂ ਟੀਕੇ ਆਉਂਦੇ ਨੇ, ਜੀ ਇਹਨਾਂ ਨੂੰ ਲੱਗਦੇ ਨੇ ਆ, ਉਹ ਤਕਰੀਬਨ 1 ਲੱਖ ਦਾ 6 ਮਾਹ ਬਾਅਦ, ਉਹਦੇ ਨਾਲ ਫਿਰ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਬਣਦੀ। ਅੱਛਾ ਸਰ, ਅਗਰ ਇੱਕ ਮੱਝ ਰੋਜ਼ਾਨਾ ਦਾ 15 ਕਿਲੋ ਦੁੱਧ ਦੇ ਰਹੀ ਹੈ, ਉਹ ਆਪਣੇ ਤੋਂ ਖਰਚਾ ਕਿੰਨਾ ਕਰਵਾ ਰਹੀ ਹੈ ਤੇ ਬਚਤ ਕਿੰਨੀ ਦੇ ਰਹੀ ਹੈ? ਉਹ ਤਕਰੀਬਨ ਜੇ 15 ਕਿਲੋ ਜਿਹੜੀ ਚੰਗੀ ਮੱਝ ਦੇ ਰਹੀ ਹੋਏ ਨਾ, ਉਹ ਬੜਾ ਹੋਏ 500 ਰੁਪਏ ਦਾ ਖਰਚਾ ਉਹਦੇ ਤੇ ਆਏਗਾ, ਜੇ ਚੰਗੀ ਵੀ ਸਾਂਭੀ ਹੈ। ਮਤਲਬ 1000 ਰੁਪਏ ਜਾਂ 800 ਰੁਪਏ ਬਚਾ ਜਾਂਦੀ ਹੈ। ਸਹੀ ਹੋ ਗਿਆ। ਤੇ ਜਿਹੜੀ ਮੱਝ 15 ਕਿਲੋ ਦੁੱਧ ਦੇ ਰਹੀ ਹੈ, ਤੁਸੀਂ ਉਹਨਾਂ ਨੂੰ ਉਹਦੀ ਖੁਰਾਕ ਹੀ ਰੱਖੀ ਹੈ ਤੇ ਉਹਨੂੰ ਵੰਡਾ ਕਿੰਨਾ ਇਸਤੇਮਾਲ ਕਰਵਾਉਂਦੇ ਹੋ? ਚੰਗੀ ਤੋਂ ਚੰਗੀ ਲੈ ਕੇ ਰੱਖਨੇ ਮੈਂ ਕਿ ਸਾਡੇ ਕੋਲ ਹੁਣ ਇਸ ਟਾਈਮ ਮੌਜੂਦ ਵੀ ਚੰਗੀਆਂ ਨੇ ਮੱਝਾਂ, ਅਸੀਂ ਜ਼ਿਆਦਾ ਕੀਮਤ ਦੀ ਖਰੀਦ ਕੇ ਲਿਆਉਣੀ ਹੈ ਚੰਗੀ, ਉਸ ਦੇ ਚੋਂ ਵੀ ਉਹਨੇ ਖਾਣਾ ਦੂਸਰਿਆਂ ਦੀ ਨਿਸਬਤ ਹੀ ਹੈ ਤੇ ਫਾਇਦਾ ਜ਼ਿਆਦਾ ਦੇਣਾ ਸਾਨੂੰ। ਨਹੀਂ, ਜਿਹੜੀ ਮੱਝ ਜ਼ਿਆਦਾ ਦੁੱਧ ਦਿੰਦੀ ਉਹਨੂੰ ਵੰਡਾ ਜ਼ਿਆਦਾ ਇਸਤੇਮਾਲ ਕਰਵਾਉਂਦੇ ਹੋ? ਵੰਡਾ ਉਹਨੇ ਵੀ ਉਸ ਨਿਸਬਤ ਦਾ ਖਾਣਾ ਹੈ, ਯਾਨੀ ਦੀ ਨਸਲ ਚੰਗੀ ਹੈ? ਨਸਲ ਚੰਗੀ ਹੁੰਦੀ ਹੈ, ਉਹ ਖਾਣਾ ਉਹਨੇ ਉਸ ਨਿਸਬਤ ਦੇ। ਅੱਛਾ ਮਾਸ਼ਾਅੱਲਾ, ਇਸ ਟਾਈਮ ਤੁਹਾਡੇ ਕੋਲ ਕਿਹੜੀ ਨਸਲ ਦੇ ਜਾਨਵਰ ਮੌਜੂਦ ਨੇ? ਅਸੀਂ ਸਾਰੀਆਂ ਮੱਝਾਂ ਨੀਲੀ ਦੀਆਂ ਰੱਖਨੇ ਆ। ਨੀਲੀ ਦੀਆਂ? ਜੀ। ਤੁਸੀਂ ਨੀਲੀ ਦੀਆਂ ਮੱਝਾਂ ਰੱਖਦੇ ਹੋ ਤੇ ਇਹਦੀ ਗੱਲ ਜ਼ਾਰੀ ਗੱਲ ਤੁਹਾਨੂੰ ਪਹਿਚਾਨ ਵੀ ਇਹਨਾਂ ਦੀ ਹੋਏਗੀ। ਜੀ ਜੀ ਮਾਸ਼ਾਅੱਲਾ, ਕੋਈ ਪਹਿਚਾਨ ਦਾ ਛੜੋ, ਨੀਲੀ ਦੀ ਇੱਕ ਮੱਝ ਦੀ ਪਹਿਚਾਨ ਕੀ ਹੈ? ਨੀਲੀ ਦੀਆਂ ਦੁੱਧ ਚੰਗਾ ਦਿੰਦੀਆਂ ਨੇ, ਮੱਝਾਂ ਚੰਗੀਆਂ ਹੁੰਦੀਆਂ ਨੇ, ਬਹਾਨੇ ਸੋਹਣੇ ਹੁੰਦੇ ਨੇ ਇਹਨਾਂ ਦੀ, ਪੁਛਲ ਪਤਲੀ ਹੁੰਦੀ ਹੈ, ਇਹ ਵਜ੍ਹਾ ਹੁੰਦੀ ਹੈ। ਨੀਲੀ ਦੀ ਜਿਹੜੀ ਚੰਗੀ ਮੱਝ ਉਹ ਕਿਹੜੀ ਸਾਈਡ ਤੋਂ ਮਿਲਦੀ ਹੈ? ਉੱਥੋਂ ਨੀਲੀ ਤੋਂ ਜਾ ਕੇ ਚਾਵਤਨ ਤੋਂ ਜਾ ਕੇ ਨੀਲੀ ਬਾਹਰ ਤੋਂ। ਸਹੀ ਹੋ ਗਿਆ ਵੇ। ਇੱਕ ਨੀਲੀ ਦੀ ਮੱਝ ਚੰਗੀ ਜਿਹੜੀ ਹੈ 10 ਤੋਂ 15 ਕਿਲੋ ਦੁੱਧ ਦੇਣ ਵਾਲੀ ਕਿੰਨੇ ਦੀ ਮਿਲ ਜਾਂਦੀ ਹੈ? ਇਹ ਇਸ ਤੋਂ ਜ਼ਿਆਦਾ ਵੀ ਦਿੰਦੀਆਂ 15 ਤੋਂ 18 ਕਿਲੋ। ਕਿੰਨੇ ਦੀ ਮਿਲ ਜਾਂਦੀ? 15 2.5-3 ਲੱਖ ਦੀ। 2.5-3 ਲੱਖ ਦੀ ਜੀ। ਤੁਹਾਡੇ ਫਾਰਮ ਤੇ ਮਾਸ਼ਾਅੱਲਾ ਸਾਰ ਨਾਲੋਂ ਮਹਿੰਗੀ ਨੀਲੀ ਦੀ ਮੱਝ ਕਿੰਨੇ ਦੀ ਤੇ ਸਾਰ ਨਾਲੋਂ ਸਸਤੀ ਕਿੰਨੇ ਦੀ ਹੈ? ਮਹਿੰਗੀ ਹੈ ਬੁਰੀਆਂ ਹਾਂ ਲਈ 3.5 ਲੱਖ ਦੀ। ਕਿੰਨਾ ਦੁੱਧ ਜੇ ਮਾਸ਼ਾਅੱਲਾ ਇਹਦੇ ਕੋਲ? ਇਤਨੇ 18 ਕਿਲੋ। ਤੇ ਸੂਏ ਕਿੰਨੇ में? ਇਹ ਤੀਸਰੇ। ਸਹੀ ਹੋਗਾ। ਤੇ ਸਰ ਅਗਰ ਆਂਦੇ ਨੇ ਕਿ ਮਿਕਸ ਵੰਡਾ ਇਸਤੇਮਾਲ ਕਰੋ ਤੇ ਉਹਦੇ ਨਾਲ ਸਾਈਡ ਇਫੈਕਟ ਬੜੇ ਜ਼ਿਆਦਾ ਹੁੰਦੇ ਨੇ ਥਾਣਾ ਤੇ ਇਹਦੇ ਅੱਗੋਂ ਡੰਗਰ ਨਵੇਂ ਦੁੱਧ ਨਹੀਂ ਹੁੰਦਾ, ਕੋਈ ਵੀ ਮਸਲਾ ਹੁੰਦਾ ਤੁਹਾਨੂੰ ਅਜੇ ਤੱਕ ਹੋਇਆ ਕਦੀ? ਹਾਂ, ਪਹਿਲਾਂ ਅਸੀਂ ਕਰਦੇ ਹਾਂ ਤਾਂ ਛੋੜ ਦਿੱਤਾ, ਹੁਣ ਬਸ ਤੇਲੀਆ ਨਹੀਂ ਪਾਣਾ, ਉਹਦੇ ਨਾਲ ਤੇਲ ਦਿੱਤੇ ਜਾਣਾ, ਇਹਨਾਂ ਨੂੰ ਫਿਰ ਕੋਈ ਮਸਲਾ ਨਹੀਂ ਬਣਦਾ। ਠੀਕ ਹੋ ਗਿਆ। ਅੱਛਾ, ਉਸ ਮਸਾਇਲ ਨੂੰ ਕਾਬੂ ਕਿੰਜ ਪਾਇਆ ਜਾ ਸਕਦਾ ਹੈ? ਫਿਰ ਬੰਦੇ ਦਾ ਜ਼ਿਹਨ ਆਸਤਾ ਤਜਰਬਾ ਹੋ ਜਾਂਦਾ, ਫਿਰ ਪਤਾ ਚੱਲ ਜਾਂਦਾ ਹੈ। ਜੀ ਜੀ। ਕੋਈ ਕਾਰੋਬਾਰ ਕਰਨਾ ਉਹਦੇ ਫਿਰ ਥੋੜੀ ਬਹੁਤ ਮੁਸ਼ਕਲ ਆਏ ਤਾਂ ਫਿਰ ਪਤਾ ਲੱਗ ਜਾਂਦਾ ਹੈ ਵਜ੍ਹਾ ਤੋਂ ਮੁਸ਼ਕਲ ਹੁੰਦੀ ਹੈ ਭਾਈ। ਜੀ। ਅੱਛਾ ਸਰ, ਅਗਰ ਕੋਈ ਬੰਦਾ ਇਹ ਕਾਰੋਬਾਰ ਕਰਨਾ ਚਾਹੁੰਦਾ ਹੋਵੇ ਤੇ ਉਹ ਮੁੱਲ ਦੇ ਪੱਠੇ ਲੈ ਕੇ ਪਾਏ ਤੇ ਉਹ ਕਾਰੋਬਾਰ ਕਰ ਸਕਦਾ ਹੈ? ਮੁੱਲ ਤੇ ਲੈ ਕੇ ਪਾਏ ਤਾਂ ਫਿਰ ਬੜੀ ਮੁਸ਼ਕਲ ਹੈ ਇਹ ਕਾਰੋਬਾਰ ਹੋ ਸਕਦਾ। ਠੀਕ ਹੈ। ਕਿਉਂਕਿ ਫਿਰ ਉਹਨੇ ਜਿਹੜੀਆਂ ਮੱਝਾਂ ਵੀ ਲਿਆਉਣੀਆਂ, ਜਦੋਂ ਜਿੰਨਾ ਤੱਕ ਉਹਨਾਂ ਸਜਰੀਆਂ ਦੁੱਧ ਦਿੰਦੇ ਨੇ ਉਹਨੇ ਰੱਖੀਆਂ, ਜਦੋਂ ਉਹਨਾਂ ਨੂੰ ਉਹ ਖੰਗੜਾ ਹੋਣਾ ਜਾਂ ਗੂੰ ਨਵੇਂ ਦੁੱਧ ਗੱਭਣ ਹੋ ਜਾਣੀਆਂ ਨੇ, ਫਿਰ ਉਹਨੂੰ ਖਰਚਾ ਜ਼ਿਆਦਾ ਪੈਣਾ ਕਿ ਉਹਨੂੰ ਦੇਣੀਆਂ, ਫਿਰ ਉਹ 1-2 ਸਾਲ ਬਾਅਦ ਉਹਨੂੰ ਮੁਸ਼ਕਲ ਜ਼ਿਆਦਾ ਬਣ ਜਾਏਗੀ। ਇਹਦੇ ਲਈ ਬਿਹਤਰ ਹੁੰਦਾ ਆਪਣੀ ਪੈਲੀ ਹੋਏ, ਚਾਰਾ ਆਪਣਾ ਹੋਏ ਤੇ ਐਡਾ ਮਸਲਾ ਨਾ ਬਣੇਗਾ। ਅੱਛਾ ਸਰ, ਤੁਸੀਂ ਸਬਰ ਚਾਰਾ ਵੀ ਇਸਤੇਮਾਲ ਕੀਤਾ, ਕਦੀ ਜਾਨਵਰਾਂ ਸਾਇਲੇਜ ਇਸਤੇਮਾਲ ਕਰਵਾਇਆ ਜੀ? ਨਹੀਂ, ਹਾਂ ਸਾਇਲੇਜ ਨਹੀਂ ਇਸਤੇਮਾਲ ਕਰਾਇਆ। ਠੀਕ ਹੋ ਗਿਆ। ਅੱਛਾ, ਕਹਿੰਦੇ ਨੇ ਸਬਰ ਚਾਰੇ ਨਾਲ ਜਾਂ ਜਾਨਵਰ ਹੈ ਉਹ ਕਮਜ਼ੋਰ ਹੋ ਜਾਂਦਾ ਵੇ ਤੇ ਤੂੜੀ ਵੰਡੇ ਨਾਲ ਜਾਨਵਰ ਜਿਹੜਾ ਹੋਵੇ ਉਹ ਸਿਹਤਮੰਦ ਰਹਿੰਦਾ, ਤੁਹਾਡੀ ਕੀ ਰਾਏ ਵੇ ਇਸ ਬਾਰੇ? ਉਹਦੇ ਵਿੱਚ ਅਸੀਂ ਤੂੜੀ ਵੰਡਾ ਵੀ ਪਾਉਂਦੇ, ਨਿਰਾ ਨਹੀਂ ਨਾ ਸਬਰ ਚਾਰਾ ਪਾਉਂਦੇ, ਸਬਰ ਚਾਰਾ ਨਿਰਾ ਪਾਈਏ ਫਿਰ ਤੇ ਉਹ ਕਮਜ਼ੋਰ ਵਾਕੇ ਹੋ ਜਾਂਦੇ ਨੇ। ਆਹੋ ਮਿਕਸ ਕਰਕੇ ਪਾਉਣਾ ਹੁੰਦਾ ਜਿੰਨੀ ਕੋ ਉਹਨਾਂ ਦੀ ਜ਼ਰੂਰਤ ਹੋਏ, ਫਿਰ ਉਹਦਾ ਇਹਨਾਂ ਮਸਲਾ ਨਹੀਂ ਬਣਦਾ। ਤੇ ਜਿਹੜੀ ਮੱਝ ਦੁੱਧ ਕੰਮ ਦਿੰਦੀ ਏ ਉਹਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ ਕਿ ਉਹਦੀ ਦੁੱਧ ਦੀ ਪੈਦਾਵਾਰ 'ਚ ਇਜ਼ਾਫਾ ਹੋਏ? ਉਹ ਥੋੜੀ ਦੇਰ ਅਸੀਂ ਰੱਖ ਅਬਲ ਤਾਂ ਅਸੀਂ ਲਿਆਉਂਦੇ ਕੋਈ ਨਹੀਂ, ਅਸੀਂ ਚੰਗੀ ਮੱਝ ਲਿਆਉਂਦੇ ਆ ਜੇ ਦੁੱਧ ਜ਼ਿਆਦਾ ਦੇ। ਇਹ ਮੱਠੀ ਖਰੀਦ ਕੇ, ਕਿਉਂਕਿ ਹੁਣ ਅਹਰਾ ਜਾਤੀ ਇੰਨੇ ਕੁ ਨੇ ਜੇ ਮੱਠੀ ਲਿਆਈਏ ਮੱਝ ਤੋਂ ਵਾਰਾ ਹੀ ਨਹੀਂ ਖਾਂਦੀ ਹੈ, ਉਹ ਖਰਚਾ ਉਹਦਾ ਜ਼ਿਆਦਾ, ਉਹ ਸਾਰੀਆਂ ਫਿਰ ਬੋਝ ਪੈ ਜਾਂਦਾ। ਉਹਦੇ ਨਾਲ ਬਿਹਤਰ ਹੁੰਦਾ ਚੰਗੀ ਲੈ, ਵਕਤੀ ਥੋੜੇ ਪੈਸੇ ਜ਼ਿਆਦਾ ਦੇਣੇ ਪੈਣੇ ਨੇ, ਬਾਅਦ ਵਿੱਚ ਮੁਸ਼ਕਲ ਕੋਈ ਨਹੀਂ ਹੋਣੀ।
ਤੇ ਸਰ ਜਿਹੜੇ ਮੱਝਾਂ ਦੇ ਛੋਟੇ ਜਾਨ ਨੇ ਉਹਨਾਂ ਨੂੰ ਖੁਦ ਤਿਆਰ ਕਰਦੇ ਹੋ ਜਾਂ ਕਿ ਕੰਮ ਉਮਰੀ ਚ ਉਹਨਾਂ ਨੂੰ ਸੇਲ ਕਰਦੇ ਹੋ? ਨਹੀਂ ਆਹ ਖੁਦ ਤਿਆਰ ਹੀ ਕਰਨਾ ਉਹਨਾਂ ਨੂੰ, ਅਸੀਂ ਨਹੀਂ ਸੇਲ ਕਰਦੇ ਉਹਨਾਂ ਨੂੰ। ਤੇ ਜਿਹੜੇ ਕੱਟੇ ਹੁੰਦੇ ਨੇ ਉਹਨਾਂ ਨੂੰ ਫਿਰ ਕਿਦੋਂ ਸੇਲ ਕਰਦੇ ਹੋ? ਜਦੋਂ ਬੜੇ ਹੋਣੇ ਨੇ ਨਾ ਉਹ ਸਾਲ 2 ਸਾਲ ਬਾਅਦ ਫਿਰ ਉਹਨਾਂ ਨੂੰ ਸੇਲ ਕਰਨਾ, ਨਹੀਂ ਤਾਂ ਆਹ ਰੱਖੇ ਹੁੰਦੇ। ਸਾਲ ਦਾ ਕੱਟਾ ਕਿੰਨੇ ਕ ਦਾ ਸੇਲ ਹੋ ਜਾਂਦਾ? ਉਹਨੂੰ ਅੱਛੀ ਪਰਵਰਿਸ਼ ਕੇ ਦੁੱਧ ਛੱਡੀਏ ਨਾ ਤਾਂ ਫਿਰ ਸਾਲ ਦੇ ਵਿੱਚ ਵੀ 40-50 ਹਜ਼ਾਰ ਦਾ ਵਿਕ ਜਾਂਦਾ। ਅੱਛਾ, ਯਾਨੀ ਪਰਵਰਿਸ਼ ਅੱਛੀ ਹੋਏ। ਹਾਂ, ਅਸੀਂ ਬੱਚਿਆਂ ਨੂੰ ਦੁੱਧ ਪਿਆਉਂਦੇ ਆ। ਦੁੱਧ ਕਿੰਨੇ ਮਹੀਨੇ ਦੁੱਧ ਪਿਲਾਉਂਦੇ ਉਹਨਾਂ ਨੂੰ? ਉਹਨਾਂ ਨੂੰ 3 ਮਾਹ ਤੋਂ ਛੱਡਦੇ ਆ ਦੁੱਧ। ਕੁਝ ਲੋਕ ਹੁੰਦੇ ਨੇ ਉਹਨਾਂ ਦੇ ਛੋਟੇ ਜਾਤ ਜ਼ਾਇਆ ਹੋਈ ਜਾਂਦੇ ਨੇ, ਉਹ ਸਾਹਮਣੇ ਆਇਆ ਸ਼ੁਰੂ ਤੋਂ ਪੈਦਾ ਹੋਣ ਤੇ ਉਹਨਾਂ ਨੂੰ ਦੁੱਧ ਛੱਡਣਾ ਸ਼ੁਰੂ ਕਰ ਦਿੰਦੇ ਆ। ਯਾਨੀ ਕਿਉਂਕਿ ਇਹਨਾਂ 'ਚ ਜ਼ਿਆਦਾ ਫਿਰ ਬੱਚਤ ਹੁੰਦੀ ਹੈ, ਜਿਹੜਾ ਉੱਤੇ ਖਰਚਾ ਕੀਤਾ ਹੁੰਦਾ। ਚਲੋ ਉਂਝ ਦੁੱਧ ਦੀ ਰੂਟੀਨ ਤੇ ਠੀਕ ਹੁੰਦੇ, ਨਾਲ ਵੀ ਖਰਚਾ ਚੱਲਦਾ ਤੇ ਬਾਅਦ 'ਚ ਇਹਨਾਂ ਦੀ ਫਿਰ ਬੱਚਤ ਆ ਜਾਂਦੀ ਹੈ। ਅੱਛਾ ਸਰ, ਇੰਨੇ ਜਾਨਵਰਾਂ ਤੁਸੀਂ ਮੁਲਾਜ਼ਮ ਕਿੰਨੇ ਰੱਖੇ ਜੇ? 2। ਕੀ ਤਨਖਾਹ ਉਹਨਾਂ ਨੂੰ ਦੇ ਰਹੇ ਹੋ? ਅਸੀਂ ਉਹਨਾਂ ਨੂੰ ਦੇ ਰਹੇ ਹਾਂ ਹੁਣ 26,000 ਰੁਪਇਆ। ਤੇ ਸਰ ਜਿਹੜਾ ਓਵਰਆਲ ਤੁਸੀਂ ਸ਼ੈੱਡ ਬਣਾਇਆ ਆਪਣੇ ਜਾਨਵਰਾਂ ਵਾਸਤੇ, ਕਿੰਨੀ ਜਗ੍ਹਾ 'ਚ ਬਣਾਇਆ ਜੇ? ਪਾਈਪਿੰਗ ਕਿੰਨੀ ਜਗ੍ਹਾ 'ਚ ਕੀਤੀ ਜੇ? ਤੇ ਓਵਰਆਲ ਖਰਚਾ ਕਿੰਨਾ ਆ ਗਿਆ ਸਰ? ਇਹ ਸਾਡਾ ਵਿਗੇ ਥਾਂ 'ਚ ਪੈਪ ਸਾਰੇ ਲੱਗੇ ਨੇ, ਸਾਡਾ ਡੇਰਾ ਸ਼ੇਰਾ ਬਣਿਆ ਖਰਚਾ ਤੇ ਤਕਰੀਬਨ ਉਦੋਂ ਸਾਡੇ ਕੋਲ 17 ਲੱਖ ਰੁਪਇਆ ਲੱਗ ਗਿਆ। 17 ਲੱਖ ਨਾਲ ਸ਼ੈੱਡ ਬਣਾਉਣ ਤੇ ਵੀ? ਜੀ ਠੀਕ ਹੈ। ਇਹਨੇਰਾ ਬਸ ਜਿਹੜਾ ਇਹਨਾਂ ਲਈ ਸਿਸਟਮ ਬਣਾਇਆ ਸੀ, ਇਹਨਾਂ ਦੇ ਖਰਚੇ, ਇਹਨਾਂ ਦੇ ਗਦਾਮ ਵੇਲੀ ਜਿਹੜੀ ਤਲਾਬ ਇਹਨਾਂ ਲਈ ਬਣਿਆ ਹੈ। ਤਲਾਬ ਜ਼ਰੂਰੀ ਹੈ? ਹਾਂ, ਤਲਾਬ ਜ਼ਰੂਰੀ, ਕਿਉਂਕਿ ਗਰਮੀ ਦੇ ਵਿੱਚ ਜ਼ਿਆਦਾਤਰ ਪਾਣੀ 'ਚ ਖੁਸ਼ ਰਹਿੰਦੀਆਂ ਨੇ। ਤੇ ਜਿਹੜਾ ਸਰ ਤੁਸੀਂ ਤਲਾਬ ਬਣਾਇਆ ਹੈ ਉਹਦੀ ਲੰਬਾਈ ਚੜਾਈ ਤੇ ਗਹਿਰਾਈ ਕਿੰਨੀ ਹੈ? ਉਹ ਤਕਰੀਬਨ ਲੰਬਾਈ ਜਿਹੜੀ ਉਹਦੀ ਹੈ ਕੋਈ 45 ਫੁੱਟ ਤੇ ਚੜਾਈ ਜਿਹੜੀ ਹੈ 20 ਫੁੱਟ ਹੈ। ਤੇ ਗਹਿਰਾਈ ਜਿਹੜੀ 7 ਫੁੱਟ। 7 ਫੁੱਟ। ਤੇ ਇਹ ਜਿਹੜਾ ਤੁਹਾਡਾ ਤਲਾਬ ਹੈ ਇਹਦੇ ਅੰਦਰ ਇੱਕ ਵਕਤ ਵਿੱਚ ਕਿੰਨੀਆਂ ਮੱਝਾਂ ਆਸਾਨੀ ਨਾਲ ਨਹਾ ਲੈਂਦੀਆਂ ਨੇ? ਇੱਕ ਵਕਤ 'ਚ 35। ਮਾਸ਼ਾਅੱਲਾ ਸਰ, ਤੁਸੀਂ ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਜਿਹੜੇ ਦੋਸਤ ਇਹ ਵੀਡੀਓ ਵੇਖਦੇ ਨੇ ਵੀ ਉਹਨਾਂ ਦਾ ਜ਼ੇਨ ਹੈ ਡੇਅਰੀ ਫਾਰਮ ਸ਼ੁਰੂ ਕਰਨਾ, ਮੱਝਾਂ ਦਾ ਕਾਰੋਬਾਰ, ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਖਲਸ ਮਸ਼ਵਰਾ? ਉਹਨਾਂ ਲਈ ਇਹ ਅੱਛਾ ਮਸਲਾ, ਪਹਿਲਾਂ ਬੰਦੇ ਦਾ ਨਿਜ਼ਾਮ ਠੀਕ ਹੋਣਾ, ਪੈਲੀ ਸ਼ੈਲੀ ਆਪਣੀ ਹੋਈ। ਉਹ ਪੈਲੀ ਜਦੋਂ ਆਪਣੀ ਹੋ ਜਾਣੀ ਫਿਰ ਐਡੀ ਦਿੱਕਤ ਕੋਈ ਨਹੀਂ ਆਉਣੀ। ਠੀਕ ਹੈ, ਮਸਲਾ ਜ਼ਰੀ ਨਹੀਂ ਬਣਨਾ ਫਿਰ। ਅੱਛਾ, ਬੰਦਾ ਆਸਾਨੀ ਨਾਲ ਹੱਲ ਕਰ ਸਕਦਾ। ਠੀਕ ਹੈ। ਅੱਛਾ ਸਰ, ਅੱਗੋਂ ਗਰਮੀਆਂ ਆ ਰਹੀਆਂ ਨੇ, ਠੀਕ ਹੈ, ਤੇ ਗਰਮੀਆਂ ਦੇ ਵਿੱਚ ਇਹਨਾਂ ਨੂੰ ਮੱਖੀ ਤੇ ਮੱਛਰ ਦਾ ਬੜਾ ਮਸਲਾ ਹੁੰਦਾ, ਉਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ? ਸਪਰੇ ਕਰ ਲੈਨੇ ਆ, ਹਫਤੇ ਬਾਅਦ ਸਪਰੇ ਕਰਨੀ ਹੈ, ਮੱਖੀ ਮੱਛਰ ਨਹੀਂ ਹੈ ਫਿਰ ਇਹਨਾਂ ਦੇ ਆਉਣਾ। ਜੀ ਸਰ, ਬਹੁਤ ਸ਼ੁਕਰੀਆ, ਮਾਸ਼ਾਅੱਲਾ ਬਹੁਤ ਕੀਮਤੀ ਤੁਸੀਂ ਗੱਲਾਂ ਦੱਸੀਆਂ ਨੇ। ਅੱਲਾ ਹਾਫਿਜ਼। ਓਕੇ, ਅੱਲਾ।